ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਗੇਨ ਸੌਰੀ ਆਈ ਥਿੰਕ ਸਮਥਿੰਗ ਰੋਂਗ ਵਿਦ ਦ ਨੈਟਵਰਕ ਔਰ ਇੰਟਰਨੈਟ ਜੋ ਬਾਰ ਬਾਰ ਮੇਰੀ ਟੈਕਨੀਕਲ ਪ੍ਰੋਬਲਮ ਹੈ ਜਾਂ ਕੁਝ ਕਹਿ ਸਕਦੇ ਪਤਾ ਨਹੀਂ ਆਈ ਡੋਂਟ ਅੰਡਰਸਟੈਂਡ ਕੀ ਹੋ ਰਿਹਾ ਕਿ ਦੋ ਵਾਰੀ ਮੈਂ ਟਰਾਈ ਕੀਤਾ ਤੇ ਵਿੱਚ ਹੀ ਕੱਟਿਆ ਗਿਆ। ਸੋ ਗੱਲ ਕਰ ਰਹੇ ਸੀ ਅਸੀਂ ਸ਼ਹੀਦਾਂ ਦੀ। ਅੱਜ ਸ਼ਹੀਦੀ ਦਿਵਸ ਹੈ। ਭਗਤ ਸਿੰਘ, ਰਾਜਗੁਰੂ ਸੁਖਦੇਵ ਤੇ ਇੱਕ ਚੌਥੇ ਅਸੀਂ ਅਵਤਾਰ ਪਾਸ਼ ਜੀ ਨੂੰ ਭੁੱਲ ਜਾਂਦੇ ਹਾਂ। ਉਹਨਾਂ ਨੂੰ ਵੀ ਇਸੇ ਦਿਨ ਹੀ ਉਹਨਾਂ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ ਸੀ। ਸੋ ਸਾਡੀ ਸਮੂਹ ਟੀਮ ਪ੍ਰੀਤਨਾਮਾ ਟੀਮ ਵੱਲੋਂ, ਮੇਰੇ ਸਾਰੇ ਰਾਈਟਰਸ ਟੀਮ ਵੱਲੋਂ, ਰੀਡਰਸ ਵੱਲੋਂ, ਤੁਹਾਡੀ ਸਾਰੀ ਫੇਸਬੁੱਕ ਫੈਮਿਲੀ ਵੱਲੋਂ, ਜਿੰਨੇ ਵੀ ਸਾਡੇ ਸੋਸ਼ਲ ਸਾਈਟਾਂ ਦੇ ਹੈਗੇ ਨੇ ਰੀਡਰ ਵੀਵਰਸ, ਸਾਰੀ ਟੀਮ ਵੱਲੋਂ ਉਹਨਾਂ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਅਸੀਂ ਪ੍ਰਣਾਮ ਕਰਦੇ ਹਾਂ, ਸਲੂਟ ਕਰਦੇ ਹਾਂ ਉਹਨਾਂ ਨੂੰ। ਸੱਚੇ ਪਾਤਸ਼ਾਹ ਮਾਲਕ ਜਿਹੜਾ ਉਹਨਾਂ ਦੀ ਕੁਰਬਾਨੀ ਹੈ, ਉਹਨਾਂ ਦੀ ਜਿਹੜੇ ਸ਼ਰਧਾਂਜਲੀ ਅਸੀਂ ਅੱਜ ਦੇ ਰਹੇ ਹਾਂ, ਮਾਲਕ ਮਿਹਰ ਕਰੇ ਕਿ ਸਾਡੇ ਅੱਜ ਦੀ ਨੌਜਵਾਨ ਪੀੜ੍ਹੀ ਦੇ ਅੰਦਰ ਵੀ ਇਸੇ ਤਰ੍ਹਾਂ ਦੇ ਹੀ ਜਜ਼ਬਾਤ ਪੈਦਾ ਹੋਣ, ਵਤਨ ਦੇ ਲਈ ਜਾਨ ਦੇਣ, ਵਤਨ ਦੇ ਲਈ ਕੁਰਬਾਨ ਹੋਣ ਦਾ ਅਹਿਸਾਸ ਉਹਨਾਂ ਦੇ ਦਿਲ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਬੁਲੰਦ ਹੋਵੇ ਜਿਸ ਤਰ੍ਹਾਂ ਸੀਗਾ। ਹਾਂਜੀ ਅੰਕਲ ਜੀ ਸਤਿ ਸ਼੍ਰੀ ਅਕਾਲ। ਮਹਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ। ਪ੍ਰਣਾਮ ਸ਼ਹੀਦਾਂ ਨੂੰ। ਹਾਂਜੀ ਹਾਂਜੀ ਵੀਰ ਜੀ। ਅੰਕਲ ਜੀ ਉਹਨਾਂ ਨੂੰ ਕੋਟਿਨ ਕੋਟ ਪ੍ਰਣਾਮ ਕਿ ਪਰਮਾਤਮਾ ਉਹ ਮੈਂ ਤੇ ਇੱਕ ਹੀ ਅਰਦਾਸ ਹੈ ਕਿ ਉਹਨਾਂ ਸ਼ਹੀਦਾਂ ਦੇ ਲਈ ਕਿ ਪਰਮਾਤਮਾ ਨੂੰ ਅਰਜ਼ ਕਰਕੇ ਕਿ ਇਹ ਸੱਚੇ ਪਾਤਸ਼ਾਹ ਉਹਨਾਂ ਵਰਗੇ ਅਹਿਸਾਸ ਜਿਹੜੇ ਨੇ ਉਹ ਸਾਰੇ ਹੀ ਬੱਚਿਆਂ ਦੇ ਵਿੱਚ ਆਉਣ, ਉਹੀ ਫੀਲਿੰਗ ਆਉਣ ਅਤੇ ਸੱਚੇ ਮਨੋਂ ਸਾਡੀ ਇਹੀ ਉਹਨਾਂ ਨੂੰ ਸ਼ਰਧਾਂਜਲੀ ਹੋਏਗੀ। ਸੋ ਮੈਂ ਗੱਲ ਕਰਦੀ ਪਿਆ ਕਿ ਅਸੀਂ ਅੱਜ ਕੋਈ ਵੀ ਤਿਉਹਾਰ ਆਉਂਦਾ ਹੈ ਜਾਂ ਕੋਈ ਸ਼ਹੀਦੀ ਦਿਵਸ ਆਉਂਦਾ ਹੈ ਜਾਂ ਫਿਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਪਰਵ ਆਉਂਦਾ ਹੈ ਤਾਂ ਅਸੀਂ ਸਿਰਫ ਆਪਣੀਆਂ ਕੀ ਕਰਦੇ ਹਾਂ, DP ਸਜਾਉਂਦੇ ਹਾਂ ਅਤੇ ਪੋਸਟਾਂ ਦੇ ਨਾਲ ਬਸ ਆਪਣਾ ਡਨ ਕਰ ਦਿੰਦੇ ਹਾਂ ਕਿ ਹਾਂਜੀ ਅਸੀਂ ਪੋਸਟ ਕਰਕੇ ਇੱਕ ਦੂਜੇ ਨੂੰ ਸ਼ੇਅਰ ਕਰਕੇ ਤੇ ਆਪਣਾ ਪੂਰਾ ਕਰ ਲਿਆ ਮਕਸਦ ਨੂੰ। ਸੋ ਨਹੀਂ, ਮੇਰੇ ਹਿਸਾਬ ਦੇ ਨਾਲ ਉਹ ਮਕਸਦ ਇਸ ਤਰ੍ਹਾਂ ਨਹੀਂ ਪੂਰਾ ਹੋਣਾ ਚਾਹੀਦਾ। ਸਹੀ ਮਾਇਨੇ ਦੇ ਨਾਲ ਅਸੀਂ ਜੇ ਉਹਨਾਂ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੇ ਹਾਂ ਆਪਣੇ ਸ਼ਹੀਦਾਂ ਨੂੰ, ਤਾਂ ਉਹਨਾਂ ਵਰਗੇ ਜਿਹੜੇ ਸੰਸਕਾਰ ਸੀ, ਕਿਉਂਕਿ ਉਹ ਵੀ ਕਿਸੇ ਮਾਂ ਦੇ ਪੁੱਤ ਸੀਗੇ, ਉਹਨਾਂ ਦੇ ਅੰਦਰ ਸੰਸਕਾਰ ਜਿਹੜੇ ਸੀ ਉਹਨਾਂ ਦੇ ਪੇਰੈਂਟਸ ਨੇ ਭਰੇ, ਹੈ ਨਾ। ਸੋ ਅਸੀਂ ਵੀ ਇਹ ਪ੍ਰਣ ਲਈਏ ਕਿ ਅਸੀਂ ਵੀ ਆਪਣੇ ਬੱਚਿਆਂ ਨੂੰ, ਆਪਣੀ ਪੀੜ੍ਹੀ ਨੂੰ, ਅਤੇ ਅਸੀਂ ਜਿਹੜੇ ਨੌਜਵਾਨ ਪੀੜ੍ਹੀ ਹੈਗੀ ਉਹ ਵੀ ਕਿ ਅਸੀਂ ਵੀ ਉਸੇ ਤਰ੍ਹਾਂ ਦੇ ਅਹਿਸਾਸ ਦੇ ਵਿੱਚ ਰਵਾਂਗੇ, ਉਸੇ ਤਰ੍ਹਾਂ ਵਤਨ ਲਈ ਮਰ ਮਿਟਣ, ਉਸੇ ਤਰ੍ਹਾਂ ਆਪਣੇ ਪੇਰੈਂਟਸ ਦਾ ਸਤਿਕਾਰ ਕਰੀਏ। ਇਹ ਸ਼ਰਧਾਂਜਲੀ ਹੈ, ਸਿਰਫ ਪੋਸਟਾਂ ਕਰਕੇ ਵੀ ਸ਼ਰਧਾਂਜਲੀ ਨਹੀਂ ਹੁੰਦੀ, ਪਰ ਚਲੋ ਇੱਕ ਚੰਗੀ ਗੱਲ ਵੀ ਹੈ ਕਿ ਅਸੀਂ ਯਾਦ ਕਰਦੇ ਹਾਂ। ਦੂਜੀ ਗੱਲ ਇਹ ਕਿ ਮੈਂ ਕੱਲ ਮੇਰੀ ਆਦਤ ਹੈ, ਮੈਨੂੰ ਮਾफ़ ਕਰਨਾ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੇਰੀ ਆਦਤ ਹੈ ਜਦੋਂ ਮੈਂ ਕੁਛ ਦੇਖਦੀ ਹਾਂ ਗਲਤ ਤਾਂ ਆਈ ਆਲਵੇਜ਼ ਸ਼ੇਅਰ ਵਿਦ ਯੂ, ਬਿਕੋਜ਼ ਮੈਨੂੰ ਲੱਗਦਾ ਕਿ ਸਾਰੀ ਮੇਰੀ ਫੈਮਿਲੀ, ਜਿੰਨੇ ਵੀ ਮੇਰੀ ਸੋਸ਼ਲ ਸਾਈਟਾਂ ਦੇ ਮੇਰੇ ਵੀਵਰਸ ਹੈਗੇ, ਰੀਡਰਸ ਹੈਗੇ, ਭੈਣ ਭਰਾ ਹੈਗੇ, ਮੇਰੀ ਇੱਕ ਫੈਮਿਲੀ ਹੈ। ਸੋ ਆਈ ਆਲਵੇਜ਼ ਸ਼ੇਅਰ, ਸੋ ਕੋਈ ਗੁੱਸਾ ਨਹੀਂ ਕਰਨਾ ਪਲੀਜ਼। ਅਤੇ ਮੈਂ ਕੱਲ੍ਹ ਵੀ ਕਾਫੀ ਦਿਨਾਂ ਤੋਂ ਦੇਖ ਰਹੀ ਹਾਂ ਅਤੇ ਕੱਲ੍ਹ ਵੀ ਦੇਖਿਆ ਕਿ ਬੜੇ ਅੱਛੇ ਅੱਛੇ ਨੌਜਵਾਨ ਗੱਭਰੂ ਲੜਕੇ ਜਿਹੜੇ ਹੈਗੇ ਨੇ, ਲੜਕੀਆਂ ਤਾਂ ਚਲੋ ਜਿਹੜੀ ਹੈਗੀਆਂ, ਲੜਕੇ ਜਿਹੜੇ ਹੈਗੇ ਆ ਉਹ ਆਪਣੇ ਇਹਨਾਂ ਚੀਜ਼ਾਂ ਨੂੰ ਭੁੱਲ ਕੇ ਲੜਕੀਆਂ ਬਣ ਕੇ ਡਾਂਸ ਕਰ ਰਹੇ ਹੈ, ਲੜਕੀਆਂ ਬਣ ਕੇ ਗਾਣੇ ਗਾ ਰਹੇ ਹੈ, ਲੜਕੀਆਂ ਵਾਲੇ ਕੱਪੜੇ, ਲੜਕੀਆਂ ਵਾਲੇ ਹੇਅਰ ਸਟਾਈਲ। ਸੋ ਜਿਹੜੇ ਨੌਜਵਾਨ ਵੀਰਾਂ ਨੂੰ ਅਸੀਂ ਸ਼ਰਧਾਂਜਲੀ ਦੇ ਰਹੇ ਹਾਂ, ਤੁਸੀਂ ਉਹਨਾਂ ਵੱਲ ਦੇਖੋ। ਜੇ ਅੱਜ ਉਹ ਵੀ ਇਹੀ ਲੱਛਣ ਕਰਦੇ ਹੁੰਦੇ ਜੋ ਅੱਜ ਦੀ ਪੀੜ੍ਹੀ ਕਰ ਰਹੀ ਹੈ, ਮੈਂ ਸਾਰਿਆਂ ਨੂੰ ਨਹੀਂ ਕਵਾਂਗੀ ਪਰ ਬਹੁਤੇ ਜੇ ਤੁਸੀਂ ਖੋਲ੍ਹੋ, ਕੋਈ ਸੋਸ਼ਲ ਸਾਈਟਾਂ ਖੋਲ੍ਹਦੇ ਹੋ ਜਾਂ ਟਿਕਟੋਕ ਵਰਗੀਆਂ, ਇੰਸਟਾਗ੍ਰਾਮ ਵਰਗੀਆਂ ਸੋਸ਼ਲ ਸਾਈਟਾਂ ਖੋਲ੍ਹਦੇ ਹੋ ਤਾਂ ਤੁਸੀਂ ਦੇਖੋ ਕੀ ਹਾਲ ਹੋ ਰਿਹਾ, ਕੀ ਬੇੜਾ ਗਰਕ ਹੋ ਰਿਹਾ ਨੌਜਵਾਨੀ ਦਾ। ਜੇ ਉਹ ਵੀ ਇਸੇ ਤਰ੍ਹਾਂ ਦੇ ਲੱਛਣ ਕਰਦੇ ਤੇ ਕੀ ਅੱਜ ਅਸੀਂ ਆਜ਼ਾਦ ਹੁੰਦੇ? ਸੋ ਪਲੀਜ਼ ਕੋਈ ਵੀ ਮੇਰੀ ਇਸ ਗੱਲ ਨੂੰ ਮਾਈਂਡ ਨਹੀਂ ਕਰਨਾ, ਮੈਨੂੰ ਕਿ
ਲੀਡਰਾਂ ਦੇ ਨਾਲ ਦੇਸ਼ ਚੱਲਦਾ ਹੈ। ਅਫਸੋਸ ਤੁਹਾਡੇ ਜਿਹੇ ਲੀਡਰਾਂ ਨੂੰ। ਹਾਂਜੀ, ਬਿਲਕੁਲ ਬਿਲਕੁਲ, ਲੀਡਰਾਂ ਦੇ ਇੱਕ ਰਾਜਾ ਹੀ ਰਾਜ ਨੂੰ ਸੰਭਾਲਦਾ ਹੈ। ਪਰ ਇਹ ਤਾਂ ਸਾਡੇ ਆਜ਼ਾਦ ਦੇਸ਼ ਦੀ ਬੜੀ ਵੱਡੀ ਖੂਬੀ ਹੈ ਕਿ ਅਸੀਂ ਆਪਣਾ ਰਾਜਾ ਆਪ ਚੁਣਨਾ ਹੁੰਦਾ ਹੈ। ਤੇ ਇਹ ਸਾਡੀ ਬਦਕਿਸਮਤੀ ਕਿ ਅਸੀਂ ਚੰਦ ਕੁ ਰੁਪਈਆਂ ਦੀ ਖਾਤਰ, ਸ਼ਰਾਬ ਦੀਆਂ ਬੋਤਲਾਂ ਦੀ ਖਾਤਰ, ਕੁਇੰਟਲ 2 ਕੁਇੰਟਲ ਅਨਾਜ ਦੀ ਖਾਤਰ ਅਸੀਂ ਅਜਿਹੇ ਲੀਡਰ ਚੁਣ ਲੈਂਦੇ ਹਾਂ ਜਿਹੜੇ ਸਾਡੇ ਲਈ ਕਦੀ ਵੀ ਸਹੀ ਨਹੀਂ। ਸੋ ਇਹ ਸਾਰਾ ਅੰਕਲ ਜੀ ਗੱਲ ਆ ਜਾਂਦੀ ਉੱਥੇ ਹੀ ਕਿ ਅਗਰ ਅਸੀਂ ਸ਼ੁਰੂ ਤੋਂ ਹੀ ਚੰਗੇ ਲੀਡਰ ਚੁਣੇ ਹੋਣ, ਸ਼ੁਰੂ ਤੋਂ ਹੀ ਅਸੀਂ ਲਾਲਚ ਨਾ ਕੀਤਾ ਹੋਵੇ, ਸੋਚ ਸਮਝ ਕੇ ਨੌਜਵਾਨ ਪੀੜ੍ਹੀ ਨੂੰ ਅੱਗੇ ਰੱਖ ਕੇ ਸੋਚ ਸਮਝ ਕੇ ਅਸੀਂ ਕੀਤਾ ਹੋਵੇ ਆਪਣੇ ਲੀਡਰਾਂ ਦਾ ਚੁਣਾਵ, ਤਾਂ ਲੀਡਰ ਵੀ ਕੁਝ ਕਰਨ। ਹੁਣ ਅੱਜ ਤੁਸੀਂ ਦੇਖ ਲਓ ਕਿ ਕਿਹੋ ਜਿਹੀ ਆਜ਼ਾਦੀ ਮਾਣ ਰਹੇ ਹਾਂ ਅਸੀਂ, ਕਿਸ ਤਰ੍ਹਾਂ ਦੀ ਆਜ਼ਾਦੀ ਹੈ। ਦੇਖੋ ਸਾਡੇ ਭੈਣ ਭਰਾ 2-2 3-3 ਮਹੀਨੇ ਹੋ ਚੱਲੇ ਆ ਦਿੱਲੀ ਦੇ ਗਰਾਊਂਡ ਵਿੱਚ ਬੈਠੇ ਆ। ਉਸ ਰਾਜਾ ਨੂੰ ਤੇ ਕੋਈ ਚਿੰਤਾ ਨਹੀਂ ਜਿਹੜਾ ਅਸੀਂ ਚੁਣਿਆ ਸੀ ਕਿ ਹਾਂ ਮੇਰੇ ਭੈਣ ਭਰਾ ਜਿਹੜੇ ਹੈਗੇ ਨੇ, ਮੇਰੀ ਜਨਤਾ ਜਿਹੜੀ ਹੈਗੀ ਹੈ ਉਹ ਰੋਡ ਤੇ ਹੈ ਤੇ ਮੇਰੀ ਗਲਤ ਨੀਤੀਆਂ ਕਰਕੇ ਕੋਈ ਚਿੰਤਾ ਨਹੀਂ ਹੈ। ਸੋ ਗਲਤੀਆਂ ਜਦੋਂ ਅਸੀਂ ਚੁਣਾਵ ਕਰਦੇ ਹਾਂ, ਗਲਤੀਆਂ ਤਾਂ ਉਸ ਟਾਈਮ ਸਾਡੇ ਕੋਲੋਂ ਹੁੰਦੀਆਂ। ਜਦ ਇਸ ਤਰ੍ਹਾਂ ਦੇ ਲੀਡਰ ਅਸੀਂ ਚੁਣਦੇ ਹਾਂ, ਨੌਜਵਾਨ ਪੀੜ੍ਹੀ ਜਿਹਨਾਂ ਬੱਚਿਆਂ ਦੇ ਵਿੱਚ ਜਜ਼ਬਾ ਹੈਗਾ, ਜੋਸ਼ ਹੈਗਾ, ਉਹਨਾਂ ਨੂੰ ਅਸੀਂ ਅੱਗੇ ਆਉਣ ਦਾ ਮੌਕਾ ਨਹੀਂ ਦਿੰਦੇ। ਦੂਸਰੀ ਗੱਲ ਕਿ ਅਗਰ ਕੋਈ ਅੱਗੇ ਆਂਦਾ ਵੀ ਹੈ, ਅੱਗੇ ਅਗਰ ਆਉਣ ਦੀ ਕੋਸ਼ਿਸ਼ ਵੀ ਕਰਦਾ ਹੈ, ਇਮਾਨਦਾਰੀ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹਦੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਹੈ। ਬਹੁਤ ਸਾਰੇ ਕਿੱਸੇ ਸਾਹਮਣੇ ਆ। ਬਿਲਕੁਲ ਬਿਲਕੁਲ ਅੰਕਲ ਜੀ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਤੇ ਅਸੀਂ ਮਤਲਬ ਜੋ ਮੈਂ ਹੀ ਗੱਲ ਕਰ ਰਹੀ ਸੀ ਕਿ ਅਗਰ ਕੋਈ ਅੱਗੇ ਆਉਣਾ ਚਾਹੁੰਦਾ ਵੀ ਹੈ, ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦਾ, ਇਮਾਨਦਾਰੀ ਦੇ ਨਾਲ ਜਨਤਾ ਦੀ ਸੇਵਾ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ ਕੋਈ ਨਾ ਕੋਈ ਇਲਜ਼ਾਮ ਦੇ ਕੇ, ਕਦੀ ਨਸ਼ੇ ਦਾ ਕਹਿ ਲਓ ਜਾਂ ਕੋਈ ਵੀ ਸਕੈਂਡਲ ਕਹਿ ਲਓ, ਉਹਦੇ ਖਿਲਾਫ ਕਰਕੇ ਤੇ ਉਹਨੂੰ ਬਿਠਾ ਦਿੱਤਾ ਜਾਂਦਾ, ਦਬਾ ਦਿੱਤਾ ਜਾਂਦਾ। ਤੇ ਇਸ ਸਭ ਦੇ ਵਿੱਚ ਹੈਲਪ ਕੌਣ ਕਰਦਾ? ਜਨਤਾ, ਅਸੀਂ ਖੁਦ। ਮੈਂ ਤੇ ਜਨਤਾ ਨੂੰ ਹੀ ਇਲਜ਼ਾਮ ਦਿਆਂਗੀ ਕਿਉਂਕਿ ਜਨਤਾ ਹੀ ਵਿੱਚੋਂ ਸਾਡੇ ਅਗਰ 10 ਦੇ ਵਿੱਚੋਂ 5 ਬੰਦੇ ਸਹੀ ਹੁੰਦੇ ਆ ਤਾਂ 5 ਬੰਦੇ ਅੰਦਰ ਖਾਤੇ ਗਲਤ ਨੀਤੀਆਂ ਅਪਣਾਉਂਦੇ। ਸੋ ਇਹ ਉਦੋਂ ਤੱਕ ਸਾਡੇ ਮੁਲਕ ਦਾ ਸੁਧਾਰ ਨਹੀਂ ਹੋ ਸਕਦਾ ਜਿੰਨੀ ਦੇਰ ਤੱਕ ਅਸੀਂ ਇਮਾਨਦਾਰੀ ਦੇ ਨਾਲ ਕੰਮ ਨਹੀਂ ਕਰਦੇ। ਇਹਨਾਂ ਲੀਡਰਾਂ ਦੀ ਚੁਣਾਵ ਸਮੇਂ, ਇਲੈਕਸ਼ਨ ਸਮੇਂ 2 ਬੋਤਲਾਂ ਤੇ ਚੰਦ ਰੁਪਈਆਂ ਦਾ ਲਾਲਚ ਨਹੀਂ ਛੱਡਦੇ, ਉਨੀ ਦੇਰ ਤੱਕ ਸਾਡੇ ਮੁਲਕ ਦਾ ਸੁਧਾਰ ਨਹੀਂ ਹੋ ਸਕਦਾ। ਇਹਦੇ ਨਾਲੋਂ ਤਾਂ ਅੰਗਰੇਜ਼ਾਂ ਦਾ ਸਮਾਂ ਹੀ ਚੰਗਾ ਸੀਗਾ ਜੇ ਆਪਾਂ ਕਹੀਏ ਤਾਂ। ਦੇਖੋ ਅਗਰ ਸਾਡੇ ਤੇ ਉਹ ਰਾਜ ਇਹਨਾਂ ਨੇ ਕੀਤਾ ਹੈਗਾ ਤਾਂ ਬਹੁਤ ਸਾਰੇ ਤੁਸੀਂ ਦੇਖੋ ਐਜੂਕੇਸ਼ਨਲ ਵੀ ਇਹਨਾਂ ਨੇ ਸੁਧਾਰ ਕੀਤਾ, ਸਤੀ ਪ੍ਰਥਾ, ਬਾਲ ਵਿਵਾਹ, ਬਹੁਤ ਸਾਰੀਆਂ ਬੁਰਾਈਆਂ ਉਸ ਸਮੇਂ ਖਤਮ ਵੀ ਹੋਈਆਂ। ਹੁਣ ਅਸੀਂ ਕਹਿੰਦੇ ਕਿ ਸਾਡੇ ਦੇਸ਼ ਦੇ ਇਹਨਾਂ ਨੇ 2 ਟੁਕੜੇ ਕਰ ਦਿੱਤੇ। ਇਹਦੇ ਵਿੱਚ ਵੀ ਸਾਡੀ ਗਲਤੀ ਸੀ ਕਿ ਕਾਸ਼ ਉਸ ਟਾਈਮ ਨਹਿਰੂ ਤੇ ਜਿਨ੍ਹਾਂ ਦੀ ਕਿਸੇ ਨੇ ਨਾ ਮੰਨੀ ਹੁੰਦੀ। ਖੂਨ ਖਰਾਬਾ ਕਿਉਂ ਹੋਇਆ ਸੀ? ਗੋਰਿਆਂ ਨੇ ਸਾਨੂੰ ਖੂਨ ਖਰਾਬਾ ਕਰਨ ਲਈ ਤਾਂ ਨਹੀਂ ਕਿਹਾ ਸੀ। ਅਗਰ ਮੁਲਕ ਦੇ ਟੁਕੜੇ ਕੀਤੇ, ਖੂਨ ਖਰਾਬਾ ਕੀਤਾ, ਇੱਧਰੋਂ ਉੱਜੜ ਕੇ ਲੋਕ ਉੱਧਰ ਗਏ, ਉੱਧਰੋਂ ਉੱਜੜ ਕੇ ਇੱਧਰ ਆਏ, ਕਿਹਨਾਂ ਨੇ ਕੀਤਾ? ਜੇ ਕਿਸੇ ਨੇ ਹਿੰਦੂ ਨੇ ਸਿੱਖ ਨੂੰ ਮਾਰਿਆ, ਮੁਸਲਮਾਨ ਨੂੰ ਮਾਰਿਆ, ਤਾਂ ਉਹ ਵੀ ਆਪਣੇ ਬੰਦੇ। ਜੇ ਮੁਸਲਮਾਨਾਂ ਨੇ ਸਿੱਖਾਂ ਨੂੰ ਮਾਰਿਆ, ਉਹ ਵੀ ਆਪਣੇ ਬੰਦੇ। ਘਰ ਤਬਾਹ ਕੀਤੇ, ਭੈਣ ਭਰਾ ਵਿਛੜ ਗਏ, ਆਂਢੀ ਗੁਆਂਢੀ ਵਿਛੜ ਗਏ। ਮੈਂ ਦੇਖਿਆ ਨਹੀਂ, ਮੇਰੀ ਏਜ ਐਨੀ ਨਹੀਂ 1947 ਤੋਂ ਪਹਿਲਾਂ ਦੀ, ਪਰ ਮੈਂ ਜਿੰਨਾ ਕੁ ਪੜ੍ਹਿਆ, ਸਾਡੇ ਇੱਕ ਨਾਵਲ ਹੁੰਦਾ ਸੀਗਾ ਸੋਹਣ ਸਿੰਘ ਸ਼ੀਤਲ ਦਾ, ਤੂਤਾਂ ਵਾਲਾ ਖੂਹ, ਤੂਤਾਂ ਵਾਲਾ ਖੂਹ। ਅਸੀਂ ਉਹ ਨਾਵਲ ਪੜ੍ਹਿਆ ਤੇ ਮੈਨੂੰ ਇਸ ਤਰ੍ਹਾਂ ਹੀ ਲੱਗਦਾ ਕਿ ਜਿਵੇਂ ਅਸੀਂ ਉਹ ਜ਼ਿੰਦਗੀ ਜੀਵੀ ਹੈ। ਉਹ ਇੱਦਾਂ ਲੱਗਦਾ ਕਿ ਹੱਡੀ ਰਚਿਆ ਵਸਿਆ, ਬਹੁਤ ਹੀ ਸੋਹਣਾ। ਅਗਰ ਕਿਸੇ ਨੇ ਨਹੀਂ ਪੜ੍ਹਿਆ ਤਾਂ ਜ਼ਰੂਰ ਪੜ੍ਹਨਾ ਤੂਤਾਂ ਵਾਲਾ ਖੂਹ। ਬਹੁਤ ਪੁਰਾਣਾ ਨਾਵਲ ਹੈ
ਤੇ ਪਹਿਲਾਂ ਇਹ ਸਿਲੇਬਸ ਵਿੱਚ ਪੰਜਾਬ ਸਕੂਲ ਦੇ ਸਿਲੇਬਸ ਦੇ ਵਿੱਚ ਪੜ੍ਹਾਇਆ ਜਾਂਦਾ ਸੀ। ਤੇ ਇਦਾਂ ਲੱਗਦਾ ਕਿ ਉਹ ਜ਼ਿੰਦਗੀ ਅਸੀਂ ਜਿੱਤੀ ਹੈ, ਅਸੀਂ ਜੀ ਕੇ ਆਏ ਹਾਂ ਉਹ ਜ਼ਿੰਦਗੀ। ਲੱਗਦਾ ਹੀ ਨਹੀਂ ਕਿ ਉਹ ਸਾਡੇ ਤੋਂ ਬਾਹਰ ਪਾਤਰ ਹੈਗੇ ਨੇ। ਕਿ ਉਹਦੇ ਵਿੱਚ ਦੱਸਿਆ ਗਿਆ ਕਿ ਕਿਸ ਤਰ੍ਹਾਂ ਅਸੀਂ, ਅੱਛਾ ਆਪਣੇ ਬਜ਼ੁਰਗਾਂ ਕੋਲ ਵੀ ਸੁਣਿਆ ਕਿ ਕਿਸ ਤਰ੍ਹਾਂ ਭੈਣ ਭਰਾ ਮਿਲ ਜੁਲ ਕੇ ਰਹਿੰਦੇ ਸੀ। ਕਿਸੇ ਦੀ ਧੀ ਆਪਣੀ ਧੀ ਮੰਨੀ ਜਾਂਦੀ ਸੀ, ਇੱਜ਼ਤ ਹੁੰਦਾ ਸੀ, ਮਾਣ ਹੁੰਦਾ ਸੀ। ਕੋਈ ਹਿੰਦੂ ਸਿੱਖ ਮੁਸਲਿਮ ਵਾਲਾ ਕੋਈ ਝਗੜਾ ਰੋਲਾ ਹੀ ਨਹੀਂ ਸੀ। ਸਾਡੇ ਜਿਹੜੇ ਇਹ ਸ਼ਹੀਦਾਂ ਨੂੰ ਅਸੀਂ ਸ਼ਰਧਾਂਜਲੀ ਦੇ ਰਹੇ ਹਾਂ, ਉਹ ਸਾਡੇ ਦੇਸ਼ ਨੂੰ ਬਾਹਰੀ ਮੁਲਕ ਕੋਲੋਂ ਆਜ਼ਾਦ ਕਰਵਾ ਕੇ ਗਏ ਸੀ। ਇਹ ਨਹੀਂ ਕਹਿ ਕੇ ਗਏ ਸੀ ਕਿ ਸਾਡੇ ਪਿੱਛੋਂ ਤੁਸੀਂ ਆਪਣੇ ਆਪ ਦੇ ਵਿੱਚ ਹੀ ਫੁੱਟ ਪਾ ਲਿਓ, ਆਪਣੇ ਆਪ ਦੇ ਵਿੱਚ ਹੀ ਨਫ਼ਰਤ ਪੈਦਾ ਕਰ ਲਿਓ, ਭੈਣ ਭਰਾ ਨੂੰ ਇੱਕ ਦੂਜੇ ਦੀ ਮਾਰ ਕੁਟਾਈ ਕਰਿਓ, ਕਿਸੇ ਦੀ ਧੀ ਭੈਣ ਦੀ ਇੱਜ਼ਤ ਲੁੱਟਿਓ। ਇਹ ਸਭ ਨਹੀਂ ਕਹਿ ਕੇ ਗਏ। ਸੋ ਅਸੀਂ, ਤੇ ਮੈਨੂੰ ਨਹੀਂ ਲੱਗਦਾ ਵੀ ਅਸੀਂ ਸ਼ਰਧਾਂਜਲੀ ਦੇਣ ਦੇ ਵੀ ਕਾਬਲ ਆ। ਸਾਡੀ ਤੇ ਜਦੋਂ ਸਾਡੇ ਅੰਦਰ ਆਪਣੇ ਕੁੜੱਤਨ ਭਰੀ ਪਈ ਹੈ, ਤੇ ਫਿਰ ਆ ਡੀਪੀਆਂ ਵਗੈਰਾ ਤੇ ਆ ਸਟੇਟਸ ਪਾ ਕੇ ਤੇ ਅਸੀਂ ਇੱਕ ਫਰਜ਼ ਹੀ ਪੂਰਾ ਕਰ ਰਹੇ ਹਾਂ, ਕਿਉਂਕਿ ਸਾਡੇ ਅੰਦਰ ਉਹ ਅਹਿਸਾਸ, ਉਹ ਫੀਲਿੰਗ ਹੀ ਨਹੀਂ ਹੈ ਜੋ ਉਹਨਾਂ ਦੇ ਅੰਦਰ ਸੀ, ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਾਇਆ। ਤੇ ਦੂਜੀ ਵੱਡੀ ਗੱਲ ਇਹ ਵੀ ਕਿ ਜਦੋਂ ਕੋਈ ਸ਼ਹੀਦ ਹੋ ਜਾਂਦਾ ਹੈ ਨਾ, ਉਸ ਤੋਂ ਬਾਅਦ ਉਹਦੀ ਕਦਰ, ਮੈਂ ਪਿਛਲੇ ਲਾਈਵ ਵਿੱਚ ਕਹੀ, ਉਸ ਤੋਂ ਬਾਅਦ ਉਹਦੀ ਮੇਲੇ ਲੱਗਦੇ ਆ, ਕਈ ਕੁਝ ਹੁੰਦਾ। ਤੇ ਪਹਿਲੇ ਜਿਹੜੇ ਨੌਜਵਾਨ ਪੀੜ੍ਹੀ ਆਉਣਾ ਚਾਹੁੰਦੀ ਹੈ ਅੱਗੇ, ਦੇਸ਼ ਦਾ ਕੁਝ ਸੁਧਾਰ ਕਰਨਾ ਚਾਹੁੰਦੀ ਹੈ, ਕੋਈ ਕੰਮ ਕਰਨਾ ਚਾਹੁੰਦੀ ਹੈ, ਤੇ ਉਸ ਵਿਚਾਰੇ ਨੂੰ ਸਕੈਂਡਲ 'ਚ ਫਸਾ ਕੇ ਦਬਾ ਦਿੱਤਾ ਜਾਂਦਾ। ਕੀ ਗੱਲ ਮਰਨ ਤੋਂ ਬਾਅਦ ਹੀ ਪੂਜਿਆ ਜਾਊਗਾ? ਮਰਨ ਤੋਂ ਬਾਅਦ ਤੁਹਾਨੂੰ ਅਹਿਸਾਸ ਹੋਏਗਾ। ਅਗਰ ਜਿਉਂਦੇ ਜੀ ਉਸ ਬੱਚੇ ਦੀ, ਜਿਹੜਾ ਕੋਈ ਬੱਚਾ, ਕੋਈ ਧੀ ਹੈ, ਭੈਣ ਹੈ, ਜਾਂ ਕੋਈ ਮੇਰਾ ਵੀਰ ਹੈ, ਕੋਈ ਗੱਭਰੂ ਨੌਜਵਾਨ ਪੀੜ੍ਹੀ ਬੱਚਾ ਹੈਗਾ, ਉਹ ਆ ਕੇ ਆਪਣੇ ਦੇਸ਼ ਦੇ ਮਸਲੇ ਤੇ ਨਿਪਟਾਣਾ ਚਾਹੁੰਦਾ ਹੈ, ਅੱਗੇ ਕੁਝ ਕਰਨਾ ਚਾਹੁੰਦਾ ਹੈ, ਆਪਣੇ ਕੋਈ ਮੁਲਕ ਦਾ, ਆਪਣੇ ਰਾਜ ਦਾ ਸੁਧਾਰ ਕਰਨਾ ਚਾਹੁੰਦਾ ਹੈ, ਤਾਂ ਉਸੇ ਵਕਤ ਉਹਦਾ ਸਾਥ ਕਿਉਂ ਨਹੀਂ ਦਿੱਤਾ ਜਾਂਦਾ? ਥੋੜ੍ਹੇ ਜਿਹੇ ਪੈਸਿਆਂ ਦੀ ਖਾਤਰ, ਥੋੜ੍ਹੇ ਜਿਹੇ ਲਾਲਚ ਦੀ ਖਾਤਰ ਤੁਸੀਂ ਗਲਤ ਲੋਕਾਂ ਦਾ ਚੁਣਾਵ ਕਰਕੇ ਫਿਰ 5-5 ਸਾਲ ਰੋਂਦੇ ਹੋ। ਹੁਣ ਵੀ ਸਾਡੇ ਤੇ, ਭਾਵੇਂ ਮੈਂ ਕਹਿ ਰਹੀ ਹਾਂ ਕਿ ਲੜਕੇ ਲੜਕੀਆਂ ਵਾਲੇ ਹਾਵ ਭਾਵ ਨਿਭਾ ਰਹੇ ਨੇ, ਇਹ ਕਰ ਰਹੇ ਨੇ, ਉਹ ਕਰ ਰਹੇ, ਪਰ ਫਿਰ ਵੀ ਬਹੁਤ ਸਾਰੇ ਮੇਰੇ ਵੀਰ ਇੱਦਾਂ ਦੇ ਹੈਗੇ ਨੇ ਜਿਹੜੇ ਸਹੀ ਮਾਇਨੇ ਦੇ ਵਿੱਚ ਦੇਸ਼ ਦਾ ਸੁਧਾਰ ਕਰ ਸਕਦੇ ਨੇ, ਅੱਗੇ ਆ ਸਕਦੇ ਨੇ, ਅੱਗੇ ਕੰਮ ਕਰਨਾ ਚਾਹੁੰਦੇ ਨੇ, ਪੂਰੀ ਇਮਾਨਦਾਰੀ ਦੇ ਨਾਲ ਕਰਨਾ ਚਾਹੁੰਦੇ ਨੇ, ਪਰ ਉਹਨਾਂ ਦੀ ਕੋਈ ਕਦਰ ਨਹੀਂ ਹੁੰਦੀ, ਕਿਉਂਕਿ ਉਹਨਾਂ ਦੇ ਕੋਲ ਨਾ ਤਾਂ ਬਹੁਤ ਪੈਸਾ ਹੁੰਦਾ, ਨਾ ਉਹਨਾਂ ਦੇ ਕੋਲ ਪਿੱਛੇ ਦੀ ਪਹੁੰਚ ਹੁੰਦੀ। ਹਾਂ, ਅਗਰ ਕੋਈ ਮੇਰਾ ਵੀਰ ਵਿਚਾਰਾ ਦੇਸ਼ ਦੇ ਲਈ ਆਪਣੇ ਆਪ ਹੀ ਕਿਸੇ ਵੀ ਤਰੀਕੇ ਦੇ ਨਾਲ ਸ਼ਹੀਦ ਹੋ ਗਿਆ ਨਾ, ਉਸ ਤੋਂ ਬਾਅਦ ਰੋਟੀਆਂ ਪਕਾਉਣ ਲਈ ਲੀਡਰਾਂ ਦੇ ਮੰਚ ਸਜਣੇ ਸ਼ੁਰੂ ਹੋ ਜਾਣਗੇ, ਸਟੇਜਾਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ। ਹਾਂਜੀ, ਬੜਾ ਵੱਡਾ ਕੰਮ ਕਰ ਗਿਆ, ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ, ਪ੍ਰਣਾਮ ਕਰ। ਕਿਉਂ ਬਈ? ਉਹਦੀ ਜਵਾਨੀ, ਉਹਨੇ 25-30 ਸਾਲ ਜਿਹੜੇ ਜ਼ਿੰਦਗੀ ਦੇ ਬਿਤਾਏ ਆ, ਅਗਰ ਤੁਸੀਂ ਉਹਦੇ ਸਾਥ ਦਿੰਦੇ ਤੇ ਹੋ ਸਕਦਾ ਕਿ ਉਹ ਜਿੰਨੀ ਉਮਰ ਉਹਦੀ ਪਰਮਾਤਮਾ ਨੇ ਲਿਖੀ ਸੀ, ਉਨਾ ਚਿਰ ਉਹ ਦੇਸ਼ ਦੀ ਸੇਵਾ ਕਰਦਾ। ਸੋ ਸੌਰੀ ਅਗਰ ਕਿਸੇ ਨੂੰ ਗੁੱਸਾ ਲੱਗਾ ਹੋਵੇ। ਮੈਂ ਨੌਜਵਾਨ ਆਪਣੇ ਵੀਰਾਂ ਨੂੰ ਵੀ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਆਹ ਜਿਹੜੇ ਲੜਕੀਆਂ ਵਾਲੇ ਹਾਵ ਭਾਵ ਨੇ, ਲੜਕੇ ਹੋ, ਤੁਸੀਂ ਲੜਕੇ ਬਣ ਕੇ ਰਹੋ, ਲੜਕੀਆਂ ਤਾਂ ਲੜਕੀਆਂ ਬਣ ਕੇ ਰਹੋ। ਪਰਮਾਤਮਾ ਨੇ ਜੋ ਤੁਹਾਨੂੰ ਬਣਾ ਕੇ ਭੇਜਿਆ, ਉਹਦੇ ਵਿੱਚ ਸੰਤੁਸ਼ਟ ਤੇ ਖੁਸ਼ ਰਹੋ। ਆਪਣੀ ਨੌਜਵਾਨੀ ਨੂੰ ਇੱਧਰ ਉੱਧਰ ਰੋਲਣ ਦੀ ਬਜਾਏ, ਜਿਨ੍ਹਾਂ ਨੂੰ ਅੱਜ ਅਸੀਂ ਸ਼ਰਧਾਂਜਲੀ ਦੇ ਰਹੇ, ਇਹੋ ਜਿਹੀਆਂ ਫੀਲਿੰਗਸ ਮਨ ਦੇ ਵਿੱਚ ਰੱਖੋ, ਚੰਗੇ ਵਿਚਾਰ ਰੱਖੋ, ਚੰਗੇ ਸੰਸਕਾਰ ਰੱਖੋ। ਆਹ ਬਾਲੀਆਂ ਮਰਦਾਂ ਨੇ, ਮੈਂ ਦੇਖੀ ਕੱਲ ਇੱਕ ਵੀਡੀਓ, ਬੜਾ ਸੋਹਣਾ ਮੇਰਾ ਵੀਰ, ਮੈਨੂੰ ਲੱਗਿਆ ਇੰਨੀ ਸੋਹਣੀ ਜਵਾਨੀ ਉਹਦੀ ਹੈ। ਤੇ ਤੂੰ ਇਸ ਸਰੀਰ ਨੂੰ ਆਪਣੇ ਮੁਲਕ ਦੀ ਸੇਵਾ ਲਈ ਲਗਾ, ਕੋਈ ਕੰਮ ਕਰ, ਕੋਈ ਢੰਗ ਦੇ ਕੁਝ ਕੰਮ ਕਰੋ। ਅੱਖੀ ਤੂੰ ਬਾਲੀਆਂ ਪਾ ਕੇ, ਤੇ ਮੈਂ ਨਾਮ ਨਹੀਂ ਲੈਣਾ ਚਾਹਾਂਗੀ ਕਿਸੇ ਦਾ, ਐਵਰੀਬਾਡੀਜ਼ ਨੋ। ਸੋ ਤੁਸੀਂ ਇਹ ਲੜਕੀਆਂ ਵਾਲਾ ਸਵਾਂਗ ਰਚਾ ਕੇ ਨੱਚ ਗਾ ਰਹੇ ਹੋ, ਤੇ ਜਿਹੜੇ ਉੱਥੇ 3-3 ਮਹੀਨਿਆਂ ਤੋਂ ਬੈਠੇ ਨੇ ਵਿਚਾਰੇ ਧਰਨਿਆਂ ਤੇ, ਉੱਥੇ ਜਾਓ, ਉਹਨਾਂ ਬਜ਼ੁਰਗਾਂ ਨੂੰ ਘਰ ਭੇਜੋ, ਉਹਨਾਂ ਨੂੰ ਰੈਸਟ ਦਿਓ, ਉਹਨਾਂ ਦੇ ਨਾਲ ਜਾ ਕੇ ਆਪਣੀ ਇਸ ਜਿਹੜੀ ਤੁਸੀਂ ਇੱਥੇ ਸੋਸ਼ਲ ਸਾਈਟਾਂ 'ਤੇ ਨੁਮਾਇਸ਼ ਕਰ ਰਹੇ ਹੋ, ਉੱਥੇ ਜਾ ਕੇ ਉਹਨਾਂ ਦੇ ਨਾਲ ਕੁਝ ਕਰੋ।
ਮਰਨ ਤੋਂ ਬਾਅਦ ਤੇ ਕੁਛ ਨਾ ਕੁਛ ਤੁਸੀਂ ਹਾਂਜੀ ਅੰਜਲੀ ਦੇ ਰਿਹਾ, ਇਹ ਕਰ ਰਿਹਾ, ਉਹ ਕਰ ਰਿਹਾ, ਉਹ ਤੇ ਸਿਰਫ ਫਾਰਮੈਲਿਟੀ ਨੇ। ਮੈਂ ਤਾਂ ਹਰ ਤਿਉਹਾਰ ਤੇ ਹੀ ਕਹਿੰਦੀ ਹਾਂ, ਸੌਰੀ ਮੈਨੂੰ ਮਾਫ ਕਰਨਾ, ਮੈਂ ਹਰ ਤਿਉਹਾਰ ਤੇ ਹੀ ਕਹਿੰਦੀ ਹਾਂ, ਕੋਈ ਤਿਉਹਾਰ ਹੈ, ਕੋਈ ਸ਼ਹੀਦੀ ਦਿਵਸ ਹੈ, ਗੁਰਪੁਰਬ ਹੈ, ਮੈਂ ਇਹ ਕਹਿੰਦੀ ਹਾਂ ਕਿ ਫਾਰਮੈਲਿਟੀ ਨਾ ਕਰੋ। ਬਿਲਕੁਲ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ, ਬਿਲਕੁਲ ਉਨਾ ਹੀ ਦੇਰ ਉਹ ਤਰੱਕੀ ਨਹੀਂ ਕਰ ਸਕਦਾ ਦੇਸ਼। ਸਤਿ ਸ਼੍ਰੀ ਅਕਾਲ ਵੀਰੇ, ਸੁਰਜੀਤ ਵੀਰ ਜੀ, ਸਤਿ ਸ਼੍ਰੀ ਅਕਾਲ। ਸੋ ਉਨੀ ਦੇਸ਼ ਤੱਕ ਕੋਈ ਵੀ ਦੇਸ਼ ਤਰੱਕੀ ਨਹੀਂ ਕਰ ਸਕਦਾ ਜਿੰਨੀ ਦੇਰ ਸਾਡੇ ਅੰਦਰ ਜਿਹੜੀ ਅਸੀਂ ਸ਼ਰਧਾਂਜਲੀ ਦੇ ਰਹੇ ਹਾਂ ਨਾ, ਇਹ ਜਿਹੜੀ ਫੀਲਿੰਗ ਨੇ ਉਹਨਾਂ ਵਾਲੀਆਂ ਸਾਡੇ ਅੰਦਰ ਨਹੀਂ ਆਉਂਦੀਆਂ ਆਪਣੇ ਵਤਨ ਦੇ ਲਈ ਨਿਰਸਵਾਰਥ ਹੋ ਕੇ, ਬਿਨਾਂ ਕਿਸੇ ਸਵਾਰਥ ਦੀ। ਅਸੀਂ ਕੋਈ ਜਜ਼ਬਾ ਸਾਡੇ ਅੰਦਰ ਨਹੀਂ ਹੈ ਨਾ, ਤੇ ਦੇਸ਼ ਦਾ ਕੁਛ ਨਹੀਂ ਹੋ ਸਕਦਾ, ਹੋਣਾ ਵੀ ਨਹੀਂ ਹੈ, ਹੋਇਆ ਵੀ ਨਹੀਂ ਹੈ। ਇੰਨੇ ਸਾਲਾਂ ਬਾਅਦ ਉਹ ਬੱਚਿਆਂ ਦੀ ਸ਼ਹੀਦੀਆਂ ਨੂੰ, ਇੰਨਾ 1947 ਤੋਂ ਬਾਅਦ ਦੇਖੋ ਟਾਈਮ ਕਿੰਨਾ ਆ ਗਿਆ, ਕੁਛ ਹੋਇਆ ਸੁਧਾਰ? ਕੋਈ ਸੁਧਾਰ ਨਹੀਂ, ਸਗੋਂ ਵਿਗੜਿਆ। ਅੱਜ ਕਿਸੇ ਧੀਆਂ ਭੈਣਾਂ ਘਰ ਦੇ ਅੰਦਰ ਹੀ ਸੇਫ ਨਹੀਂ ਹੈਗੀਆਂ। ਅੱਗੇ ਤਾਂ ਲੋਕ, ਚਲੋ ਆਪਾਂ, ਮੈਂ ਕਈਆਂ ਦਾ ਸੁਣਿਆ ਹੈਗਾ ਕਿ ਹਾਂਜੀ ਲੜਕੀਆਂ ਇੱਦਾਂ ਦੇ ਕੱਪੜੇ ਕਿਉਂ ਪੈਂਦੀਆਂ, ਲੜਕੀਆਂ ਅੱਧੀ ਰਾਤ ਨੂੰ ਬਾਹਰ ਨਾ ਨਿਕਲਣ, ਤੇ ਉਹ ਲੜਕੀਆਂ ਜਿਹੜੀਆਂ ਨਾ ਬੁਰਕੇ ਦੇ ਵਿੱਚ ਵੀ ਸੇਫ ਨਹੀਂ, ਤਾਂ ਲੜਕੀਆਂ ਦੀ ਗੱਲ ਛੱਡ ਦੋ, ਲੜਕੇ ਹੀ ਸੇਫ ਨਹੀਂ ਹੈ। ਇਹੋ ਜਿਹੇ ਹਾਲਾਤ ਆ ਗਏ ਨੇ। ਕੀ ਚੰਗਾ ਹੋਇਆ ਇਹਦੇ ਨਾਲੋਂ? ਤਾਂ ਫਿਰ ਉਹ 47 ਤੋਂ ਪਹਿਲਾਂ ਵਾਲਾ ਟਾਈਮ ਭਾਵੇਂ ਅਸੀਂ ਨਹੀਂ ਵੇਖਿਆ ਹੈਗਾ, ਪਰ ਸੁਣਿਆ ਉਹੀ ਟਾਈਮ ਚੰਗਾ ਸੀ। ਪਰਿਵਾਰਾਂ ਦੇ ਵਿੱਚ ਪਿਆਰ ਸੀ, ਸੰਸਕਾਰ ਸੀ, ਧੀ ਭੈਣ ਦੀ ਇੱਜ਼ਤ ਸੀ, ਪਿੰਡ ਦੀ ਇੱਕ ਧੀ ਨੂੰ ਸਾਰਾ ਪਿੰਡ ਹੀ ਆਪਣਾ ਸਮਝਦਾ ਸੀ ਕਿ ਮੇਰੀ ਧੀ ਹੈ। ਕਿਸੇ ਦਾ ਜਵਾਈ ਆ ਜਾਣਾ, ਕਹਿਣਾ ਪਿੰਡ ਦਾ ਜਵਾਈ ਆ ਗਿਆ। ਇੰਨਾ ਪਿਆਰ ਸੀ। ਅੱਜ ਸਾਡੇ ਗੁਆਂਢ ਵਿੱਚ ਕੌਣ ਵਸਦਾ ਸਾਨੂੰ ਇਹ ਵੀ ਨਹੀਂ ਪਤਾ, ਕਿਉਂਕਿ ਅਸੀਂ ਤਾਂ, ਸਾਡੇ ਘਰ ਕੌਣ ਰਹਿੰਦਾ ਸਾਨੂੰ ਇਹ ਵੀ ਨਹੀਂ ਪਤਾ, ਸਾਡੇ ਮੰਮੀ ਪਾਪਾ ਪੇਰੈਂਟਸ ਬੱਚੇ ਕਿੰਨੇ ਵਜੇ ਆਉਂਦੇ ਜਾਂਦੇ ਇਹ ਵੀ ਨਹੀਂ ਪਤਾ, ਕਿਉਂਕਿ ਅਸੀਂ ਫੋਨ ਦੇ ਵਿੱਚ ਬਿਜ਼ੀ ਹਾਂ। ਕੋਈ ਫੇਸਬੁੱਕ ਚਲਾ ਰਿਹਾ, ਕੋਈ ਵਟਸਐਪ ਚਲਾ ਰਿਹਾ। ਹੁਣ ਆਹ ਸੋਸ਼ਲ ਸਾਈਟਾਂ, ਮੈਂ ਪਹਿਲਾਂ ਵੀ ਕਿਹਾ ਸੀ, ਮੇਰਾ ਲਾਈਵ ਲੰਬਾ ਹੋ ਜਾਂਦਾ ਫਿਰ ਮੈਂ ਬੋਲਦੀ ਜ਼ਿਆਦਾ, ਕਿ ਮੈਂ ਪਹਿਲਾਂ ਵੀ ਕਿਹਾ ਸੀ ਇਹ ਸੋਸ਼ਲ ਸਾਈਟ ਜਿਹੜੀਆਂ ਹੈਗੀਆਂ ਨੇ ਸਾਡੀਆਂ, ਇਹ ਸਾਡੇ ਫਾਇਦੇ ਲਈ ਨੇ। ਇਹਦੇ ਰਾਹੀਂ ਅਸੀਂ ਬਹੁਤ ਕੁਝ ਚੰਗਾ ਕਰ ਸਕਦੇ ਹਾਂ। ਇਹ ਸਿਰਫ ਨੱਚਣ ਗਾਣ ਚੈਟ ਕਰਨ ਲਈ, ਜਾਂ ਕਾਲਾਂ ਕਰਨ ਲਈ, ਜਾਂ ਨੱਚਣ ਗਾਉਣ ਜਾਂ ਨੰਗ ਧੜੰਗੀਆਂ ਫੋਟੋਆਂ ਪਾਉਣ ਤੇ ਵੇਖਣ ਲਈ ਨਹੀਂ ਹੈ। ਇਹ ਸੋਸ਼ਲ ਸਾਈਟ ਰਾਹੀਂ ਮੈਂ ਇੱਥੇ USA ਬੈਠ ਕੇ ਤੁਹਾਡੇ ਸਾਰਿਆਂ ਨਾਲ ਗੱਲ ਕਰਦੀ ਹਾਂ, ਤੁਹਾਡੇ ਸਾਰਿਆਂ ਦਾ ਇੰਨਾ ਮਾਣ ਸਤਿਕਾਰ ਤੇ ਪਿਆਰ ਲੈਂਦੀ ਹਾਂ, ਹੈ ਨਾ। ਇਹ ਤੇ ਸੋ ਦਿਸ ਮੀਨ ਕਿ ਇਹ ਸੋਸ਼ਲ ਸਾਈਟਾਂ ਸਾਨੂੰ ਆਪਸ ਵਿੱਚ ਜੋੜਦੀਆਂ ਨੇ। ਸੋ ਇਹਨਾਂ ਦਾ ਫਾਇਦਾ ਲਓ। ਨੰਗ ਧੜੰਗੇ ਕੱਪੜੇ ਪਾ ਕੇ, ਨੱਚ ਗਾ ਕੇ, ਮੁੰਡੇ ਮੁੰਦੀਆਂ ਪਾ ਕੇ, ਝਾਂਜਰਾ ਪਾ ਕੇ, ਆਹ ਜਿਹੜੇ ਆਪਣੇ ਸਵਾਂਗ ਨੇ ਇਹ ਬੰਦ ਕਰੋ। ਤੇ ਮੇਰੀਆਂ ਭੈਣਾਂ ਵੀ, ਮੇਰਾ ਵੀ ਅਕਾਊਂਟ ਹੈਗਾ ਟਿਕਟੌਕ ਤੇ, ਮੈਂ ਅਸੈਪਟ ਕਰਦੀ ਹਾਂ। ਸਾਡਾ ਵੀ ਪ੍ਰੀਤਨਾਮਾ ਦੇ ਅਕਾਊਂਟ ਹੈਗਾ। ਅਸੀਂ ਵੀ ਦੇਖਦੇ ਹਾਂ ਕਿ ਸਾਡੀਆਂ ਧੀਆਂ ਜਿਹੜੀਆਂ ਰੋਂਦੀਆਂ ਨੇ ਆ ਕੇ ਕਿ ਹਾਂ ਜੀ ਮੇਰੇ ਨਾਲ ਇਦਾਂ ਦੀ ਬਦਤਮੀਜ਼ੀ ਹੁੰਦੀ ਹੈ। ਇਹ ਕੀ ਗਾਹ ਕੀ ਪਾਇਆ ਹੋਇਆ ਤੁਸੀਂ ਉੱਥੇ? ਪਹਿਲਾਂ ਇਹ ਦੇਖੋ, ਆਪਣੇ ਵੱਲ ਦੇਖੋ। ਬਹੁਤ ਬਹੁਤ ਖੂਬਸੂਰਤ ਸਾਡਾ ਕਲਚਰ ਹੈ ਇੰਡੀਆ ਦਾ, ਪੰਜਾਬ ਦਾ, ਪੂਰੇ ਭਾਰਤ ਦਾ ਹੀ ਕਹਿ ਲਓ। ਇੰਨੀਆਂ ਸੋਹਣੀਆਂ ਪੋਸ਼ਾਕਾਂ ਨੇ, ਸੂਟ ਹੀ ਇਕੱਲੇ ਨਹੀਂ ਹੈਗੇ, ਘੱਗਰਾ ਚੋਲੀ ਵੀ ਹੈ, ਪੈਂਟ ਸਕਰਟ ਵੀ ਹੈ, ਤੇ ਪੈਂਟ ਸ਼ਰਟ ਵੀ ਹੈ। ਉਹਨਾਂ ਦੇ ਵਿੱਚ ਕੋਈ ਬੁਰਾਈ ਨਹੀਂ ਹੈ। ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ, ਬਹੁਤ ਸੋਹਣੀਆਂ ਡਰੈਸਾਂ ਨੇ, ਪੂਰੇ ਕੱਪੜੇ ਪਾਓ, ਪੂਰਾ ਆਪਣਾ ਸੋਹਣੇ, ਅੱਛਾ ਤੁਸੀਂ ਮਨ ਪਰਚਾਵਾ ਕਰਨਾ, ਸਾਰੀ ਸੋਸ਼ਲ ਸਾਈਟਾਂ ਦਾ ਤੁਸੀਂ ਇਸਤੇਮਾਲ ਕਰੋ, ਤਰੀਕੇ ਦੇ ਨਾਲ ਕਰੋ, ਇੱਜ਼ਤ ਬਣਾਓ, ਹੱਸੋ ਖੇਡੋ, ਇੱਜ਼ਤ ਲਓ, ਧੀਆਂ ਵੀ ਤੇ ਭੈਣਾਂ ਵੀ। ਤਾਂ ਹੀ ਚੰਗੇ ਸਮਾਜ ਦੀ ਸਿਰਜਣਾ ਹੋ ਸਕਦੀ ਹੈ ਜੇ ਸਾਡੇ ਅੰਦਰ ਚੰਗਿਆਈ ਹੈ। ਸਾਡੇ ਅੰਦਰ ਚੰਗਿਆਈ ਨਹੀਂ, ਮੈਂ ਕਹਿੰਦੀ ਮੈਂ ਚੰਗੀ ਹਾਂ, ਹੋਰ ਕੋਈ ਚੰਗਾ ਹੀ ਨਹੀਂ, ਪਰ ਮੈਂ ਆਪਣੇ ਅੰਦਰ ਵੜ ਕੇ ਤਾਂ ਦੇਖਾਂ ਕਿ ਮੈਂ ਕਰਦੀ ਕੀ ਹਾਂ। ਹਮੇਸ਼ਾ ਸਾਨੂੰ ਆਪਣੇ ਅੰਦਰ ਇੱਕ, ਕੋਈ ਵੀ ਸ਼ਹੀਦੀ ਦਿਵਸ ਹੈ, ਤਿਉਹਾਰ ਹੈ, ਗੁਰਪੁਰਬ ਹੈ, ਫੈਸਟੀਵਲ ਹੈ, ਪਹਿਲਾਂ ਸਾਨੂੰ ਇੱਕ ਵਾਰੀ ਅੰਦਰ ਝਾਤੀ ਮਾਰ ਲੈਣੀ ਚਾਹੀਦੀ ਕਿ ਅਸੀਂ ਉਸ ਚੀਜ਼ ਦੇ ਕਾਬਲ ਹਾਂ। ਮੈਨੂੰ ਤਾਂ ਇਹ ਵੀ ਨਹੀਂ, ਮੈਂ ਵੀ ਰਸਮ ਕੀਤੀ ਹੈ ਤੁਹਾਡੇ ਤਰ੍ਹਾਂ, ਮੈਂ ਵੀ ਸ਼ਹੀਦਾਂ ਦੀ ਪੋਸਟ ਸ਼ੇਅਰ ਕੀਤੀ ਹੈ, DP ਕੀਤੀ ਹੈ, ਪਰ ਅੰਦਰ ਤਾਂ ਝਾਤੀ ਮਾਰਨੀ ਚਾਹੀਦੀ ਕਿ ਮੈਂ ਲਾਇਕ ਹੈਗੀ ਹਾਂ। ਮੇਰੇ ਅੰਦਰ, ਜੇ ਮੇਰੇ ਅੰਦਰ ਉਹਨਾਂ ਸ਼ਹੀਦਾਂ ਵਰਗੀ ਫੀਲਿੰਗ ਹੀ ਨਹੀਂ ਹੈਗੀ, ਕੋਈ ਸੰਸਕਾਰ ਹੀ ਨਹੀਂ ਹੈਗੇ, ਤਾਂ ਮੈਂ ਫਾਰਮੈਲਿਟੀ ਪੂਰੀ ਕਰ ਦਿੱਤੀ। ਤੇ ਇਹੋ ਜਿਹੀਆਂ ਗੱਲਾਂ ਬੋਲਣ ਵਾਲੇ ਨੂੰ ਪਾਗਲ ਕਿਹਾ ਜਾਂਦਾ ਕਿ ਪਾਗਲ ਬੇਵਕੂਫ ਲੈਕਚਰ ਦਿੰਦੇ ਹਰ ਵੇਲੇ ਆ ਕੇ।
ਸੋ ਸੌਰੀ, ਲੈਕਚਰ ਤਾਂ ਮੈਂ ਦਿੰਦੀ ਹਾਂ ਕਿਉਂਕਿ ਬੋਲਣ ਆਜ਼ਾਦ ਦੇਸ਼ ਦੇ ਵਾਸੀ ਹਾਂ, ਅਤੇ ਬੋਲਣ ਦਾ ਕਿਸੇ ਦਾ ਪਾਬੰਦੀ ਨਹੀਂ ਹੈ। ਮੇਰੇ ਜੋ ਦਿਲ ਵਿੱਚ ਹੈ ਮੈਂ ਬੋਲਦੀ ਹਾਂ, ਅਤੇ ਕਿਸੇ ਨੂੰ ਚੰਗਾ ਲੱਗਦਾ ਹੈ ਠੀਕ ਹੈ, ਨਹੀਂ ਚੰਗਾ ਲੱਗਦਾ ਤਾਂ ਵੀ ਠੀਕ ਹੈ। ਬਸ ਮੈਂ ਇੰਨਾ ਹੀ ਕਹਿਣ ਲਈ, ਅਤੇ ਸ਼ਹੀਦਾਂ ਨੂੰ ਮੇਰੇ ਵੱਲੋਂ ਕੋਟੀ ਕੋਟੀ ਪ੍ਰਣਾਮ। ਉਹਨਾਂ ਦੇ ਚਰਨਾਂ ਦੇ ਵਿੱਚ ਸਾਨੂੰ ਸਾਹ ਲੈਣ ਜੋਗਾ ਸਾਡੀ ਮਿੱਟੀ 'ਤੇ ਬਣਾ ਕੇ ਗਏ। ਬਹੁਤ ਉਹਨਾਂ ਨੇ ਸਾਡੇ ਲਈ ਮਹਾਨ, ਇੱਕ ਕਹਿੰਦੇ ਕਿ ਛੋਟੀ ਉਮਰ ਦੇ ਵਿੱਚ ਜੋ ਉਹਨਾਂ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ, ਬਹੁਤ ਮਹਾਨਤਾ ਦਰਸਾਈ, ਪਰ ਅਸੀਂ ਨਾਜਾਇਜ਼ ਫਾਇਦਾ ਉਠਾ ਲਿਆ। ਅਸੀਂ ਉਹਨਾਂ ਦੀ ਕੋਈ ਕਦਰ ਨਹੀਂ ਕੀਤੀ। ਸਾਡਾ ਸਮਾਜ ਵਿਗੜਿਆ ਹੈ। ਕਾਸ਼ ਕਿ ਅਸੀਂ ਸੱਚੇ ਮਨ ਨੂੰ ਸ਼ਰਧਾਂਜਲੀ ਦਿੰਦੇ, ਸਾਡੇ ਦੇਸ਼ ਦੇ ਟੋਟੇ ਨਾ ਹੁੰਦੇ, ਸਾਡਾ ਵਤਨ ਇੱਕ ਹੁੰਦਾ, ਉਹੀ ਪਿਆਰ ਸਤਿਕਾਰ ਜਿਹੜਾ ਸੀਗਾ ਉਹੀ ਅੱਜ ਵੀ ਹੁੰਦਾ। ਅੱਛਾ ਚਲੋ ਟੋਟੇ ਵੀ ਹੋ ਗਏ, ਉਸ ਤੋਂ ਬਾਅਦ ਹੀ ਸਾਡੇ ਅੰਦਰ ਚੰਗੇ ਭਾਵਨਾਵਾਂ ਹੁੰਦੀਆਂ, ਅਸੀਂ ਸੱਚੇ ਮਨੋਂ ਉਹਨਾਂ ਦੀ ਕਦਰ ਕਰਦੇ ਕਿ ਹਾਂਜੀ ਸਾਡੇ ਲਈ ਬੜੇ ਦੇਸ਼ ਭਗਤ ਜਾਨਾਂ ਵਾਰ ਕੇ ਗਏ ਆ, ਸਾਡੇ ਗੁਰੂ ਸਾਹਿਬਾਨ ਪਰਿਵਾਰ ਵਾਰ ਕੇ ਗਏ ਆ ਸਾਡੇ ਧਰਮ ਦੀ ਖਾਤਰ। ਅਤੇ ਕਾਸ਼ ਅਸੀਂ ਉਹਨਾਂ ਨੂੰ ਸੱਚੇ ਮਨ ਦੇ ਨਾਲ ਯਾਦ ਰੱਖੀਏ, ਉਹਨਾਂ ਦੀਆਂ ਗੱਲਾਂ ਨੂੰ, ਉਹਨਾਂ ਦੇ ਇਤਿਹਾਸ ਨੂੰ, ਬਾਣੀ ਨੂੰ, ਮਨ ਨੂੰ ਨਾ ਭੁੱਲਾਈਏ, ਫਾਰਮੈਲਿਟੀ ਪੂਰੀ ਨਾ ਕਰੀਏ। ਭਾਵੇਂ ਉਹ ਗ੍ਰੰਥ ਸਾਹਿਬ ਹੈ ਸਾਡਾ, ਗੁਰੂ ਗ੍ਰੰਥ ਸਾਹਿਬ ਜੀ ਨੇ, ਭਾਵੇਂ ਉਹ ਗੀਤਾ ਹੈ, ਭਾਵੇਂ ਉਹ ਕੁਰਾਨ ਹੈ, ਗੱਲ ਇੱਕੋ ਹੀ ਲਿਖੀ ਹੋਈ ਹੈ ਉਹਦੇ ਵਿੱਚ, ਸਾਰਿਆਂ ਦੇ ਵਿੱਚ। ਚੋਰੀ ਨਾ ਕਰੋ, ਚਕਾਰੀ ਨਾ ਕਰੋ, ਝੂਠ ਨਾ ਬੋਲੋ, ਪਾਪ ਨਾ ਕਰੋ, ਵੱਡੇ ਛੋਟੇ ਦਾ ਸਤਿਕਾਰ ਕਰੋ, ਬੱਚਿਆਂ ਨਾਲ ਪਿਆਰ ਕਰੋ, ਵਿਸ਼ਵਾਸਘਾਤ ਨਾ ਕਰੋ, ਵਿਸ਼ਵਾਸ ਬਣਾ ਕੇ ਜੀਓ। ਗੱਲਾਂ ਸਾਰਿਆਂ ਦੇ ਵਿੱਚ ਇੱਕ ਹੈ। ਇਹ ਗੱਲਾਂ ਹੈਗੀਆਂ ਨੇ ਕਿ ਅਸੀਂ ਗਲਤ ਤਰੀਕੇ ਦੇ ਨਾਲ ਲੈਂਦੇ ਹਾਂ। ਜਾਤਾਂ ਪਾਤਾਂ ਮਜ਼ਹਬਾਂ ਦੇ ਚੱਕਰ ਦੇ ਵਿੱਚ, ਸਿਆਸੀ ਚੱਕਰਾਂ ਦੇ ਵਿੱਚ ਫਸ ਕੇ ਅਸੀਂ ਆਪਣਾ ਆਪ ਹੀ ਬੇੜਾ ਗਰਕ ਕਰਦੇ ਹਾਂ, ਕੋਈ ਨਹੀਂ ਕਰਦਾ। ਹਰਵਿੰਦਰ ਵੀਰ ਜੀ ਬਹੁਤ ਵਧੀਆ ਵੀਰ ਜੀ, ਮੇਰੇ ਜੋ ਵਿਚਾਰ ਹੈਗੇ ਨੇ ਮੈਂ ਸ਼ੇਅਰ ਕਰਦੀ ਹਾਂ। ਕਿਸੇ ਨੂੰ ਠੀਕ ਲੱਗਣ ਤੇ ਬੜੀ ਚੰਗੀ ਗੱਲ, ਨਹੀਂ ਠੀਕ ਲੱਗਣ ਤੇ ਕੋਈ ਜ਼ਰੂਰੀ ਨਹੀਂ ਕਿ ਜੋ ਮੇਰੇ ਖਿਆਲ ਨੇ ਉਹ ਸਾਰਿਆਂ ਦੇ ਖਿਆਲ ਹੋਣ। ਮੈਂ ਤਾਂ ਆਪ ਕੁਝ ਹੀ ਮੱਤ ਵਾਲੀ ਹਾਂ, ਮੈਨੂੰ ਵੀ ਇੰਨੀ ਅਕਲ ਹੈ ਨਹੀਂ ਉਹ, ਪਰ ਮੇਰੇ ਅੰਦਰ ਜੋ ਅਹਿਸਾਸ ਹੁੰਦੇ ਨੇ ਮੈਂ ਉਹ ਲਿਖਦੀ ਹਾਂ ਅਤੇ ਉਹੀ ਮੈਂ ਬੋਲਦੀ ਹਾਂ। ਅਤੇ ਰਿਕਵੈਸਟ ਵੀ ਕਰਦੀ ਹਾਂ ਅੱਜ ਦੀ, ਪਹਿਲਾਂ ਤਾਂ ਅੱਜ ਦੀ ਪੀੜ੍ਹੀ ਨੂੰ, ਮੇਰੀਆਂ ਭੈਣਾਂ ਨੂੰ ਵੀ, ਜੋ ਤੁਸੀਂ ਹਰਕਤਾਂ ਕਰ ਰਹੀਆਂ ਉਹ ਨਾ ਕਰੋ। ਤੁਸੀਂ ਐਂਟਰਟੇਨਮੈਂਟ ਕਰੋ, ਸੋਹਣੇ ਸੋਹਣੇ ਆਪਣੇ ਪੋਸ਼ਾਕਾਂ ਪਾਓ, ਸੋਹਣੇ ਹਾਵ ਭਾਵ ਕਰੋ। ਉਹ ਮੇਰੇ ਖਿਆਲ ਤੇ 70 ਦੇ ਕਰੀਬ ਦੀ ਏਜ ਦੀ ਇੱਕ ਮਾਤਾ ਦੇਖੀ ਮੈਂ, ਉਹ ਦੇਖ ਕਿ ਮੈਨੂੰ ਲੇਡੀ ਹੋ ਕੇ ਸ਼ਰਮ ਆਉਂਦੀ ਪਈ ਹੈ ਕਿ ਉਹ 70 65 65 70 ਦੇ ਅਰਾਊਂਡ ਤਾਂ ਲੇਡੀ ਹੋਏਗੀ, ਜਿਹਨੂੰ ਦੇਖ ਕੇ ਮੈਨੂੰ ਅੰਦਰ ਬੈਠ ਕੇ ਸ਼ਰਮ ਆਉਂਦੀ ਪਈ ਹੈ। ਤੇ ਦੱਸੋ ਉਹਨੂੰ, ਤੁਹਾਨੂੰ ਦੇਖ ਕੇ ਉਹਨੂੰ ਸ਼ਰਮ ਨਹੀਂ ਆ ਰਹੀ ਕਿ ਉਹ ਕੀ ਕਰ ਰਹੀ ਹੈ। ਅਤੇ ਮਤਲਬ ਕਹਿਣ ਦਾ ਭਾਵ ਹੈ ਕਿ ਮੈਂ ਤਾਂ ਰਿਕੁਐਸਟ ਕਰਦੀ ਹਾਂ ਕਿ ਤੁਸੀਂ ਐਂਟਰਟੇਨਮੈਂਟ ਕਰੋ, ਜੋ ਮਰਜ਼ੀ ਕਰੋ, ਸੋਹਣਾ ਕਰੋ, ਡਰਾਮੇ ਕਰੋ, ਐਕਟਿੰਗ ਕਰੋ, ਗਾਣੇ ਗਾਓ, ਲਿਖੋ, ਪੜ੍ਹੋ, ਹੱਸੋ, ਖੇਡੋ। ਇਹ ਸੋਸ਼ਲ ਸਾਈਟ ਜਿਹੜੀਆਂ ਹੈਗੀਆਂ ਨੇ ਸਾਡੇ ਐਂਟਰਟੇਨਮੈਂਟ ਲਈ ਬਣੀਆਂ ਨੇ ਅਤੇ ਗਿਆਨ ਲਈ ਵੀ ਬਣੀਆਂ ਨੇ। ਇਹਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਕੇ ਵੀ ਕਰ ਸਕਦੇ ਹਾਂ। ਨੰਗ ਧੜੰਗੇ ਬਦਨ ਦਿਖਾਊ ਕੱਪੜੇ ਪਾ ਕੇ ਜਾਂ ਗੰਦੇ ਮੰਦੇ ਇਸ਼ਾਰੇ ਕਰਕੇ, ਜਾਂ ਮੇਰੇ ਵੀਰ ਜਿਹੜੇ ਚੂੜੀਆਂ ਪਾ ਕੇ, ਕੰਨਾਂ 'ਚ ਟਾਪਸ ਪਾ ਕੇ, ਕੀ ਬਣ ਗਏ ਹੋ ਤੁਸੀਂ? ਚਾਈਨਾ ਦੇ ਐਪ ਨੇ, ਤੇ ਕਦੀ ਚਾਈਨੀਜ਼ ਬੰਦਿਆਂ ਨੂੰ ਦੇਖਿਆ ਤੁਸੀਂ? ਮੇਰਾ ਸੌਰੀ ਮੈਂ ਜ਼ਿਆਦਾ ਬੋਲ ਰਹੀ ਹਾਂ, ਪਰ ਰੀਅਲੀ ਵਾਂਟ ਟੂ ਸੇ ਕਿ ਜੇ ਆਪਾਂ ਕਹਿੰਦੇ ਚਾਈਨਾ ਦੇ ਐਪ, ਟਿਕਟੋਕ ਚਾਈਨਾ ਦਾ ਐਪ ਹੈ, ਕਦੀ ਚਾਈਨੀਜ਼ ਲੋਕਾਂ ਨੂੰ ਇੰਨੀਆਂ ਗੰਦੀਆਂ ਹਰਕਤਾਂ ਕਰਦੇ ਤੁਸੀਂ ਦੇਖਿਆ? ਕਦੀ ਕਿਸੇ ਚਾਈਨੀਜ਼ ਬੰਦੇ ਨੂੰ ਲੇਡੀ ਬਣ ਕੇ ਅੱਧ ਨੰਗੇ ਕੱਪੜੇ ਪਾ ਕੇ ਐਕਸਪੋਜ਼ ਕਰਦੇ ਦੇਖੇ ਤੁਸੀਂ? ਕਦੀ ਕਿਸੇ ਲੇਡੀ ਨੂੰ ਕੁਛ ਵੀ ਹੈ ਕਿਤੇ ਵੀ ਤੁਸੀਂ ਆਦਾ ਸ਼ਰੇਆਮ ਤੁਸੀਂ ਦੇਖਿਆ ਕਦੀ? ਇਹ ਸਾਡੀ ਸਿਰਫ ਪੰਜਾਬ ਦੇ ਲੋਕੀ, ਪੰਜਾਬ ਦੀਆਂ ਧੀਆਂ ਤੇ ਵੀਰ ਜਿਹੜੇ, ਮੈਂ ਸੌਰੀ ਮੈਨੂੰ ਗਲਤ ਲੱਗੇ ਤੇ ਮਾफ़ ਕਰਨਾ, ਨਾ ਵੀ ਮਾफ़ ਕਰੋਗੇ ਤਾਂ ਆਈ ਡੋਂਟ ਕੇਅਰ। ਆਜ਼ਾਦੀ ਬੋਲਣ ਦੀ ਸਭ ਨੂੰ ਹੈ, ਜੋ ਕਿਸੇ ਨੇ ਸੋਚਣਾ ਸੋਚੀ ਜਾਇਓ। ਅੱਜ ਤੁਸੀਂ ਸ਼ਰਧਾਂਜਲੀ ਦੇ ਰਹੇ ਹੋ, ਕਿਉਂ ਸ਼ਰਧਾਂਜਲੀ ਦੇ ਰਹੇ ਹੋ? ਜੋ ਤੁਹਾਡੇ ਅੰਦਰ ਤੁਸੀਂ ਦੇਖੋ ਤਾਂ ਉਹ ਵੀ ਜਵਾਨ ਸੀਗੀ, ਉਹਨਾਂ ਦੇ ਅੰਦਰ ਵੀ ਫੀਲਿੰਗ ਸੀ, ਉਹ ਕਿਸੇ ਮਾਂ ਦੇ ਬੱਚੇ ਸੀ, ਉਹ ਤੁਹਾਡੇ ਤਰ੍ਹਾਂ ਇਸ ਤਰ੍ਹਾਂ ਪਾ ਕੇ ਘੱਗਰੇ 'ਤੇ ਨੱਚਦੇ, ਸ਼ਰੇਆਮ ਨੱਚਦੇ ਹੁੰਦੇ ਗੰਦੇ ਮੰਦੇ ਇਸ਼ਾਰੇ ਕਰਕੇ, ਤੇ ਅੱਜ ਤੁਹਾਡਾ ਕੀ ਹਾਲ ਹੁੰਦਾ? ਸੋ ਪਲੀਜ਼ ਮੇਰੀ ਰਿਕੁਐਸਟ ਹੈ, ਐਂਟਰਟੇਨਮੈਂਟ ਕਰੋ,
ਵੀਡੀਓ ਬਣਾਓ, ਜੋ ਮਰਜ਼ੀ ਕਰੋ, ਪਰ ਸਾਫ ਸੁਥਰੀਆਂ ਸੋਹਣੀਆਂ ਸਾਡੇ ਕਲਚਰ ਦਾ ਇੱਕ ਪ੍ਰਚਾਰ ਹੋਵੇ ਕਿ ਹਾਂਜੀ ਇਹ ਫਲਾਣੇ ਦੇਸ਼ ਦੇ, ਫਲਾਣੇ ਮੁਲਕ ਦੇ, ਫਲਾਣੀ ਸਟੇਟ ਦੇ ਬੱਚੇ ਬੱਚੀਆਂ ਨੇ, ਭੈਣ ਭਰਾਵਾਂ ਨੇ, ਉਹ ਮੈਨ ਮਰਦ ਔਰਤਾਂ ਨੇ ਜਿਹੜੀਆਂ ਸੋਹਣੇ ਸੋਹਣੇ, ਮਤਲਬ ਇੱਕ ਦੇਖਣ ਵਾਲੇ। ਜਿਹਦਾ ਐਗਜ਼ਾਮਪਲ ਲਗਾ ਲਓ ਪੁਰਾਣੇ ਗਾਣੇ, ਅੱਜ ਦੇ ਅਸੀਂ ਅੱਜ ਪੁਰਾਣੇ ਗਾਣਿਆਂ ਨੂੰ ਲਾਈਕ ਕਰਦੇ ਹਾਂ ਨਾ, ਕਿਉਂਕਿ ਕਿ ਸਾਫ ਸੁਥਰੇ ਹੁੰਦੇ ਸੀ, ਨੰਗਨਤਾ ਨਹੀਂ ਹੁੰਦੀ ਸੀ। ਤੇ ਅੱਜ ਸੋ ਇਹਨਾਂ ਚੀਜ਼ਾਂ ਨੂੰ ਸਟਾਪ ਪਲੀਜ਼। ਅਸੀਂ ਅਗਰ ਕੋਈ ਤਿਉਹਾਰ ਮਨਾਉਣਾ ਜਾਂ ਕੋਈ ਸ਼ਹੀਦੀ ਦਿਵਸ ਹੈਗਾ, ਸ਼ਰਧਾਂਜਲੀ ਦੇਣੀ ਹੈ, ਇੱਕ ਵਾਰ ਅੰਦਰ ਜ਼ਰੂਰ ਝਾਤੀ ਮਾਰਨੀ ਚਾਹੀਦੀ ਹੈ ਕਿ ਅਸੀਂ ਇਸ ਚੀਜ਼ ਦੇ ਕਾਬਿਲ ਹੈ ਜਾਂ ਕਿ ਨਹੀਂ ਹੈ। ਫਾਰਮੈਲਿਟੀ ਪੂਰੀ ਕਰਨ ਦਾ ਕੋਈ ਵੀ ਫਾਇਦਾ ਨਹੀਂ ਹੈ। ਉਹ ਗੋਂਗਲਾਂ ਤੋਂ ਮਿੱਟੀ ਝਾੜਨਾ, ਕੀ ਬਣ ਜਾਓਗੇ ਤੁਸੀਂ? ਕੋਈ ਅਵਾਰਡ ਮਿਲ ਜਾਣਾ ਤੁਹਾਨੂੰ? ਜਾਂ ਮੈਨੂੰ ਅਵਾਰਡ ਮਿਲ ਜਾਏਗਾ, ਮੈਂ 4-5 ਪੋਸਟਾਂ ਸ਼ੇਅਰ ਕਰਦੀਆਂ, ਮੈਂ ਬਹੁਤ ਹੀ ਦੇਸ਼ ਭਗਤ ਹਾਂ, ਜਾਂ ਮੈਂ ਇੱਥੇ ਲੈਕਚਰ ਦੇ ਰਹੀ ਹਾਂ ਤੇ ਮੈਨੂੰ ਕੀ ਇਨਾਮ ਮਿਲ ਜਾਣਾ? ਜੇ ਮੈਂ ਹੁਣੇ ਆ ਬੰਦ ਕਰਕੇ ਲਾਈਵ ਅੰਦਰ ਜਾ ਕੇ ਮੈਂ ਵੀ ਉਹੀ ਹਰਕਤਾਂ ਸ਼ੁਰੂ ਕਰ ਦੇਣੀਆਂ ਜਿਹੜੀਆਂ ਮੈਂ ਦੂਜਿਆਂ ਨੂੰ ਬੰਦ ਕਰਨ ਵਾਸਤੇ ਕਹਿੰਦੀ ਪਈ ਹਾਂ। ਇਟਸ ਨਾਟ ਗੋਣਾ ਵਰਕ, ਇਟਸ ਨਾਟ ਗੋਣਾ ਵਰਕ। ਜਿਹੜੇ ਮੇਰੇ ਵੀਰ ਭੈਣਾਂ ਜਿਹੜੇ ਉੱਥੇ ਬੈਠੇ ਆ ਬਜ਼ੁਰਗ, 3-4 ਮੰਥ ਹੋ ਗਏ, ਠੰਡ ਵੀ ਚਲੀ ਗਈ, ਹੁਣ ਉੱਪਰੋਂ ਗਰਮੀ ਵੀ ਆ ਰਹੀ ਹੈ, ਕੁਛ ਨਹੀਂ ਹੋ ਰਿਹਾ। ਜੇ ਇਹੀ ਨੌਜਵਾਨੀ ਉੱਥੇ ਲੈ ਜਾਓ, ਉੱਥੇ ਬਹੁਤ ਸਾਰੇ ਨੌਜਵਾਨ ਹੈਗੇ ਵੀ ਨੇ, ਮੈਂ ਇੱਦਾਂ ਦੀ ਗੱਲ ਨਹੀਂ, ਮੇਰੇ ਵੀਰ ਉੱਥੇ ਬਹੁਤ ਕੰਮ ਕਰਦੇ ਪਏ, ਪਰ ਜਿਹੜੇ ਆ ਇੱਕਾ ਦੁੱਕਾ ਇੱਥੇ ਲੱਗੇ ਹੋਏ ਨੇ ਨਾ, ਮੇਰੀ ਇਹਨਾਂ ਨੂੰ ਵੀ ਰਿਕੁਐਸਟ ਹੈ ਕਿ ਤੁਹਾਡੀ ਜਿਹੜੀ ਛਵੀ ਹੈ ਨਾ, ਕਿਉਂਕਿ ਕਹਿੰਦੇ ਕਿ ਜਿਹੜੀ ਚੰਗਿਆਈ ਹੈ ਉਹ ਹੌਲੀ 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 ਫੈਲਦੀ ਹੈ ਅਤੇ ਬੁਰਾਈ ਫਟਾਫਟ। ਜਿਵੇਂ ਅਸੀਂ ਸ਼ਬਦ ਪਾਠ ਹੈ ਨਾ, ਅਗਰ ਅਸੀਂ ਪਾਠ ਸ਼ਬਦ ਦਾ ਕੀਰਤਨ ਕੋਈ ਨਹੀਂ ਸੁਣਦਾ, ਲੇਕਿਨ ਗਾਣਾ ਲੱਗਾ ਹੋਵੇ ਨਾ ਤੇ ਫਟਾਫਟ ਉਹ ਪੂਰਾ, ਅੱਜ ਕਿਸੇ ਵੀ ਬੱਚੇ ਨੂੰ ਸੁਣੋ ਗਾਣਾ ਤੁਹਾਨੂੰ ਪੂਰਾ ਸੁਣਾ ਦੇਗਾ ਜਿੰਨੇ ਵੀ ਪੈਰਾ ਨੇ। ਪਰ ਕੀਰਤਨ ਦਾ ਕਹੋ, ਕੀਰਤਨ ਦੀਆਂ 2 ਲਾਈਨਾਂ ਤੋਂ ਜ਼ਿਆਦਾ ਨਹੀਂ ਕਿਸੇ ਨੂੰ ਯਾਦ ਹੋਣਗੀਆਂ। ਸੋ ਇਸੇ ਤਰ੍ਹਾਂ ਕਹਿਣ ਦਾ ਭਾਵ ਹੈ ਕਿ ਬੁਰਾਈ ਬਹੁਤ ਜਲਦੀ ਫੈਲਦੀ ਹੈ। ਅਗਰ ਤੂੰ ਮੇਰੇ 10 ਵੀਰ ਉੱਥੇ ਮੈਦਾਨ 'ਚ ਡਟੇ ਆ ਨਾ, ਤੇ 2 ਵੀਰ ਮੇਰੇ ਗਲਤ ਹਰਕਤਾਂ ਦੇ ਵਿੱਚ ਹੈ, ਤਾਂ 2 ਨੂੰ ਅੱਗੇ ਕੀਤਾ ਜਾਏਗਾ, 10 ਨੂੰ ਨਹੀਂ। 10 ਦੀ ਚੰਗਿਆਈ ਭੁੱਲ ਜਾਏਗੀ, ਚੰਗਿਆਈ ਭੁੱਲ ਜਾਏਗੀ। 10 ਦੀ ਚੰਗਿਆਈ ਖੂਹ ਖਾਤੇ ਕਿਹਦਾ ਕਰਕੇ? 2 ਬੰਦਿਆਂ ਕਰਕੇ। ਤੇ ਅੱਜ ਹੁਣ ਆ ਜਿਹੜੇ ਸਵਾਂਗ ਰਚ ਰਚ ਕੇ ਜਿਹੜੇ ਨੱਚਦੇ ਟੱਪਦੇ ਫਿਰਦੇ ਆ, ਚੂੜੀਆਂ ਪਾ ਕੇ, ਮੁੰਦੀਆਂ ਪਾ ਕੇ, ਵਾਲਾ ਹੋਰ ਤਾਂ ਹੋਰ, ਮੈਂ ਦੇਖਿਆ ਕੱਲ ਉਹ ਪੂਰਾ ਮੇਕਅਪ ਹੀ ਲੇਡੀਜ਼ ਵਾਲਾ, ਤੇ ਇੰਨੇ ਗੰਦੇ ਗੰਦੇ ਇਸ਼ਾਰੇ ਲੇਡੀਜ਼ ਬਣ ਕੇ ਉਹ ਮੇਰਾ ਵੀਰ ਕਰ ਰਿਹਾ, ਬੜਾ ਸੋਹਣਾ ਨੌਜਵਾਨ। ਤੇ ਉਹ ਇੱਕ ਮੇਰੀ ਭੈਣ ਜਿਹੜੀ ਹੈਗੀ, ਉਹ ਛੋਟੇ ਕੱਪੜੇ ਸਵੀਮਿੰਗ ਵਾਲੇ ਪਾ ਕੇ ਤੇ ਆਪਣੇ ਆਪ ਨੂੰ ਗਾਣਾ ਗਾ ਰਹੀ ਹੈ, ਵੇਖ ਮੇਰੇ ਵਿੱਚ ਪੰਜਾਬ ਵਸਦਾ। ਲਾਨਤ ਹੈ। ਤੇ ਵੇਖਣ ਵਾਲੇ ਤੇ ਕਮੈਂਟ ਕਰਨ ਵਾਲੇ ਤੇ ਹੋਰ ਜ਼ਿਆਦਾ ਲਾਨਤ ਵੀ ਤੁਸੀਂ ਇਹੋ ਜਿਹੀ ਚੀਜ਼ ਨੂੰ ਲਾਈਕ ਕਰਦੇ ਹੋ। ਤੇ ਇੱਥੇ ਕੋਈ ਚੱਜ ਦੀ ਗੱਲ ਕੋਈ ਬੋਲਦੇ ਨਾ, ਤੇ 1 ਸੈਕਿੰਡ ਖੜੇ ਹੋ ਕੇ ਅਗਲਾ ਪਾਸਾ ਲੈ ਲੈਣਾ ਕੀ ਲੈਕਚਰ ਸੁਣਨਾ। ਤੇ ਕੋਈ ਨੰਗਾ ਧੰਗਾ ਬਦਨ ਦੀ ਖਾਂਦੀ ਪਈ ਨਾ, ਮੇਰੇ ਖਿਆਲ ਤੇ ਉਹਦੇ 30 ਮਿਲੀਅਨ ਤੋਂ ਉੱਪਰ ਜ਼ਿਆਦਾ ਲਾਈਕ ਸੀਗੇ, ਕਿਉਂਕਿ ਉਹਨੇ ਬਿਕਨੀ ਪਾਈ ਹੋਈ ਸੀ। ਬਿਕਨੀ ਪਾ ਕੇ ਉਹ ਕਹਿ ਰਹੀ ਹੈ ਕਿ ਵੇਖ ਮੇਰੇ ਵਿੱਚੋਂ ਪੰਜਾਬ ਬੋਲਦਾ। ਉਹਨੂੰ ਦੇਖਣ ਲਈ 30 ਮਿਲੀਅਨ ਤੋਂ ਉੱਪਰ ਲਾਈਕ, ਤੇ ਆਈ ਥਿੰਕ ਕੋਈ 1000-2000 ਦੇ ਕਰੀਬ ਕਮੈਂਟ, ਬਿਊਟੀਫੁਲ, ਸੋ ਸੈਕਸੀ, ਬਲਾ ਬਲਾ, ਕਹਿਣ ਦੀ ਵੀ ਗੱਲ, ਮਾਫ ਕਰਨਾ ਮੈਂ ਇਹੋ ਜਿਹੇ ਲਫ਼ਜ਼ ਦਾ ਇਸਤੇਮਾਲ ਕਰ ਰਹੀ ਹਾਂ। ਸੋ ਬੁਰਾਈ ਕਿੱਥੇ ਹੈ? ਸਾਡੇ ਅੰਦਰ ਹੈ। ਅਸੀਂ ਲਾਈਕ ਕਰ ਰਹੇ ਹਾਂ ਨਾ, ਉਹਨੂੰ ਤਾਂ ਹੌਸਲਾ ਦੇ ਰਹੇ ਹਾਂ, ਅਸੀਂ ਉਹਨੂੰ ਤਾਂ ਨਹੀਂ ਕਹਿ ਰਹੇ ਵੀ ਭੈਣੇ ਇਹ ਨਹੀਂ ਤੈਨੂੰ ਚੰਗਾ ਲੱਗਦਾ। ਇਹ ਤਾਂ ਕਿਸੇ ਨੇ ਨਹੀਂ ਕਿਹਾ, 1000 ਕਮੈਂਟ ਦੇ ਵਿੱਚ 1 ਬੰਦੇ ਨੇ ਨਹੀਂ ਕਿਹਾ ਕਿ ਤੈਨੂੰ ਨਹੀਂ ਚੰਗਾ ਲੱਗਦਾ, ਸੋ ਬਿਊਟੀਫੁਲ, ਆਸਮ, ਇਹ ਉਹ ਬਲਾ ਬਲਾ। ਸੋ ਬੁਰਾਈ ਸਾਡੇ ਅੰਦਰ ਹੈ। ਸੋ ਮੈਨੂੰ ਮਾਫ ਕਰਨਾ, ਮੈਂ ਬਹੁਤ ਜ਼ਿਆਦਾ ਬੋਲਿਆ। ਇਹਦੇ ਨਾਲ ਹੀ ਮੈਂ ਆਪਣਾ ਲਾਈਵ ਜਿਹੜਾ ਹੈਗਾ ਫਿਨਿਸ਼ ਕਰਦੀ ਹਾਂ। ਮੇਰੇ ਵੱਲੋਂ ਮੇਰੇ ਦੇਸ਼ ਦੇ ਉਹਨਾਂ ਸ਼ਹੀਦਾਂ ਨੂੰ ਫਿਰ ਦੁਬਾਰਾ ਇੱਕ ਵਾਰੀ ਕੋਟੀ ਕੋਟੀ ਪ੍ਰਣਾਮ। ਪਰਮਾਤਮਾ ਉਹਨਾਂ ਵਰਗੀ ਫੀਲਿੰਗ, ਅਹਿਸਾਸ ਜਿਹੜਾ ਹੈ ਸਾਡੇ ਅੰਦਰ ਪੈਦਾ ਕਰੇ ਤੇ ਸਾਡੇ ਦੇਸ਼ ਦਾ ਸੁਧਾਰ ਹੋਵੇ। ਫਿਰ ਕੋਈ ਭਗਤ ਸਿੰਘ ਬਣ ਕੇ ਆਵੇ ਤੇ ਸਾਡੇ ਮੁਲਕ ਦੇ ਇਹਨਾਂ ਘਟੀਆ ਲੀਡਰਾਂ ਤੋਂ ਸਾਨੂੰ ਆਜ਼ਾਦ ਕਰਾਵੇ। ਕਿੱਥੋਂ ਆਵੇਗਾ ਪਰ ਉਹ, ਜੇ ਅੱਜ ਦੀ ਜਵਾਨੀ ਇੱਦਾਂ ਬਰਬਾਦ ਹੋ ਰਹੀ ਹੈ ਤੇ ਦੁਬਾਰਾ ਭਗਤ ਸਿੰਘ ਵਰਗੀ ਜਵਾਨੀ ਆਉਣੀ ਮੁਸ਼ਕਿਲ ਹੈ। ਤੇ ਜੇ ਆਉਣ ਦੀ ਕੋਸ਼ਿਸ਼ ਕਰਦੀ ਹੈ ਤੇ ਉਹਨੂੰ ਸਕੈਂਡਲਾਂ 'ਚ ਫਸਾ ਦਿੱਤਾ ਜਾਂਦਾ ਹੈ।
आई डोंट हैव एनी होप, कोई होप नहीं, कोई उम्मीद नहीं कि इस तरह दोबारा कोई मेरा बच्चा, मेरा वीर, कोई भरा इस तरह का बन के दोबारा आएगा, क्योंकि तुसी आण भी नहीं देना, असी आण भी नहीं देना। ਸਾਡੇ ਅੰਦਰ ਆਪਣੇ ਬੁਰਾਈਆਂ ਅਸੀਂ ਆਪਣੇ ਪਾਜ ਛੁਪਾਉਣ ਦੇ ਮਾਰੇ ਚੰਗਿਆਈ ਨੂੰ ਬੁਰਾਉਂਦੇ ਪਏ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਚੰਗਾ ਲੱਗਿਆ ਹੋਵੇ ਤੇ ਸ਼ੇਅਰ ਕਰਨਾ, ਨਹੀਂ ਚੰਗਾ ਲੱਗਿਆ ਤੇ ਕੋਈ ਗੱਲ ਨਹੀਂ, ਮੈਂ ਆਪਣੀ ਗੱਲ ਕਹਿਣੀ ਸੀ ਕਹਿ ਦਿੱਤੀ। ਜਿਨ੍ਹਾਂ ਮੇਰੇ ਵੀਰਾਂ ਨੇ ਸੁਣਿਆ ਬਹੁਤ ਬਹੁਤ ਧੰਨਵਾਦ ਉਹਨਾਂ ਦਾ। ਕਾਸ਼ ਕਿ ਪਲੀਜ਼ ਤੁਸੀਂ ਵੀ ਸਾਰਿਆਂ ਅੱਗੇ ਹੀ ਰਿਕੁਐਸਟ ਕਰੋ, ਪਲੀਜ਼ ਆਪਣੇ ਆਪ ਨੂੰ ਸੰਭਾਲੋ, ਆਪਣੇ ਕਲਚਰ ਨੂੰ ਵੇਖੋ, ਆਪਣੇ ਵਿਰਸੇ ਨੂੰ ਵੇਖੋ, ਆਪਣੇ ਦੇਸ਼ ਨੂੰ ਵੇਖੋ, ਉਹਨਾਂ ਬਜ਼ੁਰਗਾਂ ਵੱਲ ਦੇਖੋ ਜਿਹੜੇ 4-4 ਮਹੀਨੇ ਤੋਂ 3-3 ਮਹੀਨੇ ਤੋਂ ਉੱਥੇ ਮੈਦਾਨ ਦੇ ਵਿੱਚ ਡਟੇ ਪਏ ਆ, ਉਹਨਾਂ ਨੂੰ ਸਹਾਰਾ ਦਿਓ ਜਾ ਕੇ। ਧੰਨਵਾਦ ਸਾਰਿਆਂ ਦਾ। ਸਤਿ ਸ਼੍ਰੀ ਅਕਾਲ।